ਅੱਜ ਆਪਾਂ BA ਥਰਡ ਈਅਰ ਸੋਸ਼ਲੋਜੀ ਸਬਜੈਕਟ ਦਾ ਅਗਲਾ ਲੈਕਚਰ ਜਿਹੜਾ ਉਹ ਆਪਣਾ YouTube ਚੈਨਲ 'ਤੇ ਲਾ ਰਹੇ ਹਾਂ। ਸਾਡੇ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ। ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਵੀਡੀਓ। ਆਪਾਂ ਅਗਲਾ ਕੁਐਸਚਨ ਕਰ ਰਹੇ ਸੀਗੇ ਹਰਬਰਟ ਸਪੈਂਸਰ ਬਾਰੇ। ਸਪੈਂਸਰ ਨੂੰ ਸਾਡਾ ਸਮਾਜ ਦਾ ਸੁਭਾਅ ਕੀ ਹੈ, ਸੁਭਾਅ ਦਾ ਵਰਣਨ ਕਰਨਾ। ਡਾਰਵਿਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਸਪੈਂਸਰ ਸੀ ਉਹ ਵੀ ਜੀਵ ਵਿਗਿਆਨ ਕਰਮ ਵਿਕਾਸ ਦੇ ਸਿਧਾਂਤ ਦੇ ਉੱਤੇ ਜ਼ੋਰ ਦਿੰਦਾ। ਪਿੱਛੇ ਆਪਾਂ ਪੜ੍ਹੇ ਸੀਗਾ ਵੀ ਕਿਵੇਂ ਸਰੀਰਕ ਵਿਕਾਸ ਦੀ ਤਰ੍ਹਾਂ ਸਮਾਜ ਵੀ ਅੱਗੇ ਤਰ੍ਹਾਂ ਵਿਕਸਿਤ ਹੁੰਦਾ। ਉਹ ਚੀਜ਼ਾਂ ਨੂੰ ਇਹਦੇ 'ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜਾ ਸਪੈਂਸਰ ਹੈ ਉਹ ਸਰੀਰ ਦੀ ਸਥਿਰਤਾ, ਨਿਰੰਤਰਤਾ ਅਤੇ ਪਾਏ ਗਏ ਕੰਟਰੋਲ ਦੀ ਆਤਮ ਨਿਰਭਰਤਾ ਨੂੰ ਦਰਸਾਉਣ ਦਾ ਕੋਸ਼ਿਸ਼ ਹੈ ਜਿਹੜਾ ਕਾਰਜੀਆਂ ਇਕਾਈਆਂ ਦੇ ਕਾਰਜਾਂ ਦੇ ਰੂਪ ਦੇ ਵਿੱਚ ਨਿਰਭਰ ਕਰਦਾ। ਉਹ ਕਹਿੰਦਾ ਜਿਵੇਂ ਅਸੀਂ ਕੋਈ ਮਕਾਨ ਬਣਾਉਂਦੇ ਹਾਂ, ਇੱਟਾਂ ਤੋਂ ਮਿਲ ਕੇ ਬਣਦਾ, ਠੀਕ ਹੈ, ਪੱਥਰ ਅਨੇਕਾਂ ਚੀਜ਼ਾਂ ਲੱਗਦੀਆਂ ਨੇ ਅਤੇ ਫਿਰ ਉਸ ਤੋਂ ਬਾਅਦ ਅਸੀਂ ਉਸਨੂੰ ਕਹਿੰਦੇ ਇੱਟਾਂ ਦਾ ਢੇਰ ਨਹੀਂ ਬੋਲਾਂਗੇ, ਅਸੀਂ ਉਸਨੂੰ ਮਕਾਨ ਬੋਲਾਂਗੇ, ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਤੋਂ ਮਿਲ ਕੇ ਬਣਦਾ। ਇਸੇ ਤਰ੍ਹਾਂ ਨਾਲ ਜਿਹੜਾ ਸਮਾਜ ਹੈ ਉਹ ਜੀਵਾਂ, ਮਨੁੱਖਾਂ, ਹੋਰ ਅਨੇਕਾਂ ਰਚਨਾਵਾਂ ਤੋਂ ਮਿਲ ਕੇ ਜਿਹੜਾ ਉਹ ਸਾਡਾ ਸਮਾਜ ਹੈ ਜਿਹੜਾ ਹੋਂਦ ਦੇ ਵਿੱਚ ਆਉਂਦਾ। ਨਵੀਂ ਚੀਜ਼ ਦਾ ਨਿਰਮਾਣ ਹੁੰਦਾ ਤਾਂ ਵਿਭਿੰਨ ਭਾਗਾਂ ਦਾ ਯੋਗ ਮਾਤਰ ਨਹੀਂ ਬਲਕਿ ਸਮਾਜ ਕਿਹਾ ਜਾਂਦਾ। ਉਸਨੂੰ ਇੱਕ ਚੀਜ਼ ਦੇ ਨਾਂ ਨਾਲ ਉਸਨੂੰ ਨਹੀਂ ਜਾਣਿਆ ਜਾ ਸਕਦਾ, ਅਲੱਗ-ਅਲੱਗ ਚੀਜ਼ਾਂ ਨਾਲ ਉਸਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ। ਉਸ ਤੋਂ ਬਾਅਦ ਸਮਾਜ ਦੇ ਭਾਗਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਸਮਾਜ ਦਾ ਪਹਿਲਾ ਮਹੱਤਵਪੂਰਨ ਭਾਗ ਪਰਿਵਾਰ ਅਤੇ ਸ਼ਾਕਾਦਾਰੀ ਹੈ। ਪਰਿਵਾਰ ਅਤੇ ਸ਼ਾਕਾਦਾਰੀ ਮਹੱਤਵਪੂਰਨ ਕਾਰਜ ਨੇ। ਪਹਿਲੀ ਪੀੜ੍ਹੀ ਨਵੀਂ ਸਤਾਨ ਪੈਦਾ ਕਰਦੀ ਹੈ, ਉਸ ਨੂੰ ਪਾਲਦੀ ਹੈ, ਸਮੂਹ ਦੇ ਰੂਪ ਦੇ ਵਿੱਚ ਰਹਿੰਦੇ ਨੇ, ਕਬੀਲੇ ਬਣਾਉਂਦੇ ਨੇ। ਸਪੈਂਸਰ ਅਨੁਸਾਰ ਦੂਜਾ ਸਮਾਜ ਦਾ ਭਾਗ ਜਿਹੜਾ ਰਾਜਨੀਤਿਕ ਜਥੇਬੰਦੀ ਹੈ, ਜਿਹਦੇ ਵਿਭਿੰਨ ਕੇਂਦਰੀ ਪੱਖ, ਸਥਾਨਕ ਸੈਨਾ ਜਿਸ ਦਾ ਕਾਰਜ ਹੈ ਸ਼ਾਂਤੀ, ਬਾਹਰਲੀ ਹਮਲਿਆਂ ਤੋਂ ਰੱਖਿਆ ਕਰਦਾ ਹੈ, ਸਮਾਜ ਸੰਗਠਨ ਨੂੰ ਬਣਾਉਂਦਾ ਹੈ। ਇਹ ਸਾਰੇ ਪੱਖੇ ਦੇ 'ਚ ਆ ਜਾਂਦੇ। ਧਾਰਮਿਕ ਅਤੇ ਕਾਨੂੰਨੀ ਤਾਲਮੇਲ ਨੂੰ ਬਣਾ ਕੇ ਰੱਖਣਾ। ਤੀਜਾ ਸਮਾਜ ਦਾ ਭਾਗ ਹੈ ਇੱਕ ਧਰਮ ਦੇ ਵਿੱਚ ਅਸੂਲ, ਸੰਸਕਾਰ, ਕਰਮਕਾਂਡ ਅਤੇ ਧਾਰਮਿਕ ਸੰਗਠਨ ਸ਼ਾਮਿਲ ਕੀਤੇ ਜਾਂਦੇ ਨੇ। ਚੌਥਾ ਸਮਾਜਿਕ ਨਿਯੰਤਰਣ ਆ ਜਾਂਦਾ ਹੈ, ਜਿਹਦੇ ਵਿੱਚ ਸਰਕਾਰ, ਧਰਮ, ਸਮਾਜਿਕ ਰਿਵਾਜ, ਨੈਤਿਕਤਾ ਨੂੰ ਕੰਟਰੋਲ ਕੀਤਾ ਜਾਂਦਾ। ਪੰਜਵਾਂ ਭਾਗ ਆਰਥਿਕ ਪ੍ਰਣਾਲੀ ਦੇ ਵਿਸ਼ੇਸ਼ ਪੱਖ ਨੇ। ਉਤਪਾਦਨ ਦਾ ਸੰਗਠਨ, ਵਿਤਕਾਰ ਅਤੇ ਉਦਯੋਗਿਕ ਸਾਲਸੀਪੁਣੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਸ਼ੇਸ਼ ਸਮਾਜਿਕ ਵਰਗ ਜੋ ਕਿਰਤ ਦੀ ਪੂਰਨ ਵੰਡ 'ਤੇ ਆਧਾਰਿਤ ਹੈ। ਸੱਤਵਾਂ ਸਪੈਂਸਰ ਦੇ ਅਨੁਸਾਰ ਸੱਤਵੇਂ ਭਾਗ ਦੇ ਵਿੱਚ ਲੋਕਾਂ ਦੇ ਸਮਾਜਿਕ ਜੀਵਨ ਨਿਸ਼ਚਿਆਤਮਕ ਪੱਖ ਨੂੰ ਸ਼ਾਮਲ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਭਾਸ਼ਾ, ਗਿਆਨ, ਵਿੱਦਿਆ, ਕਲਾ, ਮਨ ਪਰਚਾਵਾ, ਨੈਤਿਕਤਾ ਦਰਸਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ। ਇਸ ਤਰ੍ਹਾਂ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਗੜ ਦੁਗੜ ਅਵਸਥਿਤ ਨਹੀਂ ਕੀਤਾ ਜਾ ਸਕਦਾ। ਇੱਕ ਲੜੀਬੰਦ ਤਰੀਕੇ ਨਾਲ ਇਸ ਨੂੰ ਆਪਾਂ ਸੰਯੋਜਿਤ ਕਰਦੇ ਹਾਂ ਤਾਂ ਜਾ ਕੇ ਕਿਤੇ ਸਮਾਜ ਜਿਹੜਾ ਉਹ ਬਣਦਾ। ਸਮਾਜ ਦਾ ਨਿਰਮਾਣ ਇਕਾਈਆਂ ਸਮਾਜ ਨਾਲ ਅਤੇ ਸਮਗਰ ਸਮਾਜ ਇਕਾਈਆਂ ਨਾਲ ਜੁੜਿਆ ਹੁੰਦਾ। ਇਕਾਈਆਂ ਸਮਾਜ ਨਾਲ ਅਤੇ ਸਮਾਜ ਇਕਾਈਆਂ ਨਾਲ ਜੁੜਿਆ ਹੁੰਦਾ। ਇੱਦਾਂ ਦਾ ਪਰਿਭਾਸ਼ਾ ਉਹ ਸਮਾਜ ਨੂੰ ਲੈ ਕੇ ਜੋੜਦਾ ਜਿਹੜੇ ਇੱਕ ਦੂਜੇ ਤੋਂ ਵੱਖਰੇ ਨਹੀਂ ਕੀਤੇ ਜਾ ਸਕਦੇ। ਸਮਾਜ ਦਾ ਵਰਗੀਕਰਨ। ਸਪੈਂਸਰ ਡਾਰਵਿਨ ਕਰਮ ਸਿਧਾਂਤ ਦੇ ਅਨੁਸਾਰ ਸਮਾਜ ਨੂੰ ਅਲੱਗ-ਅਲੱਗ ਪਾਰਟਾਂ ਦੇ ਵਿੱਚ ਨਿਸ਼ਚਿਤ ਗੁੰਝਲਦਾਰ ਵੱਡੀ ਅਵਸਥਾ ਦੇ ਰੂਪ ਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ। ਕਹਿੰਦੇ ਇਹ ਪਿੱਛੇ ਵੀ ਪੜ੍ਹੇ ਸੀ ਆਪਾਂ ਨੇ, ਸਰਲਤਾ ਤੋਂ ਜਟਿਲਤਾ ਵੱਲ ਦਾ ਇੱਕ ਮਹੱਤਵਪੂਰਨ ਕਾਰਜ ਹੈ ਜਿਹੜਾ ਉਸਨੂੰ ਇਹਦਾ ਨਾਂ ਜਿਹੜਾ ਉਹ ਦਿੱਤਾ ਜਾਂਦਾ ਹੈ। ਹਰਬਰਟ ਸਪੈਂਸਰ ਕਰਮ ਵਿਕਾਸ ਦੀ ਵਿਆਖਿਆ ਅਨੁਸਾਰ ਸਮਾਜਿਕ ਕਰਮ ਵਿਕਾਸ ਦਾ ਅਰਥ ਕੀ ਹੈ? ਸਮਾਜ ਦੀ ਨਿਸ਼ਚਿਤਤਾ, ਬੇਮੇਲ, ਸੁਜਾਮਤਾ, ਨਿਯਮਤ, ਸੰਯੋਜ, ਵਿਜਾਜਮਤਾ, ਸਭਾਵਾਂ, ਸੰਵਿਧਾਵਾਂ, ਸੰਸਥਾਵਾਂ ਆਦਿ ਇਹਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਪੈਂਸਰ ਆਪਣੇ ਸਮੇਂ ਵਿੱਚ ਉਪਲਬਧ ਨਸਲ ਵਿਗਿਆਨ ਦੇ ਅਧਿਐਨ ਦੇ ਆਧਾਰ 'ਤੇ ਸਾਬਤ ਕਰਨ ਦਾ ਕੋਸ਼ਿਸ਼ ਕਰਦਾ ਹੈ ਕਿ ਮੁੱਢ ਦੇ ਵਿੱਚ ਮਨੁੱਖੀ ਸਮਾਜ ਬਹੁਤ ਜ਼ਿਆਦਾ ਸਾਦੇ ਸੀਗੇ ਅਤੇ ਸਮੂਹ ਮਾਤਰ ਸੀਗੇ, ਇਕੱਠੇ ਰਹਿੰਦੇ ਸੀਗੇ। ਲੋਕ ਖਾਨਾਬਦੋਸ਼ ਝੁੰਡ ਦੇ ਰੂਪ 'ਚ ਤੁਰ ਫਿਰਨ ਦੇ ਜੀਵਨ ਬਸਰ ਕਰਦੇ ਸੀਗੇ। ਬਾਅਦ ਦੇ ਵਿੱਚ ਕੇਵਲ ਟੱਪਰੀਵਾਸੀ ਸਮੂਹ ਨੇ ਜਿਹੜੇ ਆਰੰਭ 'ਚ ਸੀਗੇ। ਉਸ ਤੋਂ ਬਾਅਦ ਰਾਜਨੀਤਿਕ ਜਥੇਬੰਦੀ ਨਹੀਂ ਕੋਈ ਬਣੀ। ਫਿਰ ਬਾਅਦ 'ਚ ਸਾਰਾ ਚੀਜ਼ਾਂ ਦੇ ਵਿੱਚ ਬਦਲਾਅ ਜਿਹੜਾ ਉਹ ਆਇਆ। ਰਾਜਨੀਤੀ ਦੇ ਵਿੱਚ, ਆਰਥਿਕ ਪੱਖ ਦੇ ਵਿੱਚ, ਸਮਾਜਿਕ ਪੱਖ ਦੇ ਵਿੱਚ। ਸਮਾਜ ਦਾ ਵਰਗੀਕਰਨ। ਪਹਿਲਾ ਨੰਬਰ ਹੈ ਸਾਦਾ ਸਮਾਜ। ਸਪੈਂਸਰ ਕਹਿੰਦਾ ਆਦਿਮ ਸਾਦਾ ਸਮਾਜ ਨੂੰ 4 ਉਪਜਾਤਾਂ ਕਿਸਮਾਂ ਦੇ ਵਿੱਚ ਬਣਦਾ ਹੈ। ਪਹਿਲੀ ਕਿਸਮ ਦੇ ਸਮਾਜ ਜਿਸ ਵਿੱਚ ਰਾਜਨੀਤਿਕ ਸੱਤਾ ਦੀ ਅਣਹੋਂਦ ਹੁੰਦੀ ਹੈ, ਭਾਵ ਰਾਜਨੀਤਿਕ ਦਿਸ਼ਾ ਬਾਰੇ ਲੋਕਾਂ ਨੂੰ ਨਹੀਂ ਪਤਾ ਸੀ। ਦੂਜੀ ਕਿਸਮ ਉਹ ਸਮਾਜ ਜਿਹਦੇ ਵਿੱਚ ਕਦੇ-ਕਦੇ ਮੌਕੇ ਮੁਤਾਬਕ ਕੋਈ ਲੀਡਰ ਹੁੰਦਾ ਸੀਗਾ। ਤੀਸਰਾ ਜਿਹਦੇ ਵਿੱਚ ਅਸਪਸ਼ਟ ਅਨਿਸ਼ਚਿਤ ਰਾਜਨੀਤਿਕ ਸੱਤਾ ਵਿਦਮਾਨ ਸੀਗੀ। ਚੌਥਾ ਜਿਹਦੇ ਵਿੱਚ ਸਥਾਈ ਢੰਗ ਨਾਲ ਰਾਜਨੀਤਿਕ ਸੱਤਾ ਮੌਜੂਦ ਸੀਗੀ। ਇਹਨਾਂ 4 ਕਿਸਮਾਂ ਨੂੰ ਅੱਗੇ 3 ਭਾਗਾਂ 'ਚ ਵੰਡੇ ਗਏ। ਇੱਕ ਟੱਪਰੀਵਾਸ ਆ ਗਏ, ਅਰਧ ਟੱਪਰੀਵਾਸ ਆ ਗਏ, ਸਥਿਰ ਸਮਾਜ ਆ ਗਿਆ ਅਤੇ ਨਿਯਮਿਕ ਪ੍ਰਣਾਲੀ। ਸਮਾਜ ਦੀ ਦੂਜੀਆਂ ਪਹਿਲੀ ਸ਼੍ਰੇਣੀ ਨੂੰ ਛੱਡ ਕੇ ਦੂਜੀਆਂ 2 ਸ਼੍ਰੇਣੀਆਂ ਦੇ ਉੱਤੇ ਜ਼ਿਆਦਾ ਹਾਵੀ ਹੁੰਦੀ ਹੈ।
ਜਿਹਦੇ ਵਿੱਚ ਗੱਲ ਦਾ ਅਹਿਸਾਸ ਹੁੰਦਾ ਕਿ ਦੋਵੇਂ ਪ੍ਰਣਾਲੀਆਂ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਯੁਕਤ ਰੂਪ ਦੇ ਵਿੱਚ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਅਤੇ ਖਿਆਲੀ ਵਿਚਾਰ ਅਨੁਮਾਨ ਵਿਧੀ ਅਨੁਸਾਰ ਉਹਨਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ। ਸਮਾਜ ਦੀਆਂ ਪੂਰਨ ਵਿਸ਼ੇਸ਼ਤਾਵਾਂ। ਸਪੈਂਸਰ ਦਾ ਮੰਤਵ ਕੀ ਸੀ? ਇਹ ਖਿਆਲੀਆ ਕਿਸਮਾਂ ਇਤਿਹਾਸਕ ਸਮਕਾਲੀ ਸਮਾਜ ਦੋਨਾਂ ਨੂੰ ਕਲਾ ਵਿੱਚ ਲੈਂਦੀਆਂ ਨੇ। ਸਮਾਜ ਜਿਨ੍ਹਾਂ ਬਾਰੇ ਸਾਨੂੰ ਗਿਆਨ ਹੈ ਉਹ ਸਕੀਮ ਅਧੀਨ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ, ਭਾਵ ਕ੍ਰਮਬੱਧ ਕੀਤਾ ਜਾ ਸਕਦਾ ਹੈ। ਦੂਸਰਾ ਮੰਤਵ ਖਿਆਲੀ ਕਿਸਮਾਂ ਬਣਾਉਣ ਦਾ ਇਹ ਹੁੰਦਾ ਹੈ ਕਿ ਸਮਾਜ ਨੂੰ ਸਹੀ ਸਿਰਲੇਖ ਦੇ ਅਧੀਨ ਪ੍ਰਯੋਗ ਸਿੱਧ ਤਰਤੀਬ 'ਚ ਰੱਖਿਆ ਜਾਂਦਾ। ਜਦੋਂ ਆਪਣੇ ਖਿਆਲ ਦੇ ਵਿੱਚ ਅਸੀਂ ਬਣਾ ਕੇ ਰੱਖਾਂਗੇ ਕਿ ਸਮਾਜ ਕਿੱਦਾਂ ਦਾ ਹੁੰਦਾ ਤਾਂ ਕਹਿੰਦੇ ਉਸ ਨੂੰ ਅਸੀਂ ਪਹਿਲਾਂ ਆਪਣੇ ਅਕੋਰਡਿੰਗ ਲੜੀਬੰਦ ਕਰ ਲੈਂਦੇ ਹਾਂ। ਤੀਜਾ ਮਹੱਤਵਪੂਰਨ ਉਲਟ ਗੁਣਾਂ ਵਾਲੀਆਂ ਕਿਸਮਾਂ ਨੂੰ ਬਣਾਉਣਾ ਇਸ ਲਈ ਲਾਭਦਾਇਕ ਹੈ, ਜਿਹਦੇ ਨਾਲ ਕਹਿੰਦੇ ਸਾਨੂੰ ਉਸਦੀ ਧਰੁਵਤਾ ਬਾਰੇ ਪਤਾ ਲੱਗ ਜਾਂਦਾ, ਨੁਕਸਾਨ ਬਾਰੇ ਪਤਾ ਲੱਗ ਜਾਂਦਾ। ਅਸੀਂ ਉਸ ਨੂੰ ਫਿਰ ਸਥਾਪਿਤ ਕਰਨ ਦੀ ਅਤੇ ਜਾਂ ਸੰਤੁਲਿਤ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਊੜਾ ਭਾਗ ਅੱਗੇ ਹੈ ਮਿਲਟਰੀ ਸੁਸਾਇਟੀ, ਜੰਗਜੂ ਸਮਾਜ। ਇਹ ਮੁੱਢਲਾ ਸੰਗਠਨ ਮੰਨਿਆ ਜਾਂਦਾ ਹੈ। ਸੈਨਿਕ ਸਰੂਪ ਦੇ ਵਿੱਚ ਸਮਾਜ 'ਚ ਲੜਨ ਵਾਲੇ ਛੋਟੇ ਛੋਟੇ ਸਮੂਹ ਨੇ ਜਿਨ੍ਹਾਂ ਦੇ ਵਿਚਕਾਰ ਜਿਉਂਦੇ ਰਹਿਣ ਲਈ ਸੰਘਰਸ਼ ਉਗਰ ਭਿਆਨਕ ਹੁੰਦਾ ਹੈ। ਥੋੜ੍ਹੀ ਦੇਰ ਤੱਕ ਉਨੀ ਦੇਰ ਤੱਕ ਲੜਦੇ ਝਗੜਦੇ ਨੇ ਜਦੋਂ ਤੱਕ ਕਹਿੰਦੇ ਸ਼ਕਤੀਸ਼ਾਲੀ ਸਮੂਹ ਕਮਜ਼ੋਰ ਸਮੂਹ ਨੂੰ ਹਰਾ ਨਹੀਂ ਦਿੰਦਾ, ਆਪਣੇ ਅਧੀਨ ਨਹੀਂ ਕਰ ਲੈਂਦਾ। ਇਹ ਆਪਣਾ ਪਹਿਲਾ ਇਲਾਕਾਈ ਖੇਤਰ ਵਧਾਉਣ ਦੀ ਕੋਸ਼ਿਸ਼ ਕਰਦੇ ਨੇ। ਦੂਜਾ ਸੰਭਾਵੀ ਹਮਲਿਆਂ ਤੋਂ ਬਚਾਉਂਦੇ ਨੇ। ਤੀਜਾ ਜੰਗ ਪ੍ਰਭਾਵੀ ਲਾਜ਼ਮੀ ਅਤੇ ਸਥਾਈ ਗਤੀਵਿਧੀ ਹੈ। ਸਮਾਜਿਕ ਨਿਯਮਾਂ ਨੂੰ ਬਿਲਕੁਲ ਅਭਾਵ ਹੈ ਅਤੇ ਹਿੰਸਾ ਦਾ ਰਾਜ ਹੁੰਦਾ। ਜੰਗਜੂ ਸਮਾਜ ਸਪੈਂਸਰ ਅਨੁਸਾਰ ਹਰਕਤ 'ਚ ਆਇਆ ਸਾਰਾ ਸਮੂਹ ਸੈਨਾ ਹੁੰਦੀ ਹੈ ਅਤੇ ਸ਼ਾਂਤਮਈ ਸੈਨਾ ਹੀ ਸਮਾਜ ਸੀ। ਅਜਿਹੀ ਸਥਿਤੀ ਦੇ ਵਿੱਚ ਸਮਾਜ ਅਤੇ ਹਮਲਾਵਰ ਅਤੇ ਰੱਖਿਆਕਾਰ ਸੈਨਿਕ ਕਾਰਜਾਂ ਲਈ ਸੰਗਠਨ 'ਤੇ ਹਾਵੀ ਹੁੰਦੇ ਨੇ। ਉਸ ਤੋਂ ਬਾਅਦ ਅੱਗੇ ਜੰਗਜੂ ਸਮਾਜ ਦਾ ਸੰਗਠਨ ਤਕਰੀਬਨ ਸੈਨਿਕ ਸੰਗਠਨ ਵਾਂਗ ਹੁੰਦਾ ਹੈ ਅਤੇ ਸਮਾਜਿਕ ਨਿਯੰਤਰਣ ਸੱਤਾ ਦਾ ਪ੍ਰਤੀਮਾਨ ਮਹੱਤਵਪੂਰਨ ਤਰੀਕੇ ਨਾਲ ਕੇਂਦਰੀਕ੍ਰਿਤ ਕੀਤਾ ਜਾਂਦਾ ਹੈ। ਸੈਨਾ ਦਾ ਮੁਖੀ ਰਾਜਨੀਤਿਕ ਮੁਖੀ ਹੁੰਦਾ ਹੈ, ਜਿਹਦੇ ਆਸ-ਪਾਸ ਨਿਰਕੁਲ ਸ਼ਕਤੀ ਹੁੰਦੀ ਹੈ, ਮਾਲਕ ਹੁੰਦਾ, ਆਪਣੇ ਰੁਤਬਿਆਂ ਨੂੰ ਵਧਾਉਂਦਾ ਹੈ, ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦਾ ਹੈ, ਇਨਾਮ ਵੰਡ ਕੇ ਸਮਾਜ ਦੇ ਵਿੱਚ ਰੁਤਬਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤਾ ਜਾਂਦਾ ਹੈ, ਰਾਜਨੀਤਿਕ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਧਾਰਮਿਕ ਮੁਖੀ ਮੰਨਿਆ ਜਾਂਦਾ ਉਸ ਨੂੰ। ਰਾਜਨੀਤਿਕ ਸਿਵਲ ਆਰਥਿਕ ਖੇਤਰ ਦੇ ਵਿੱਚ ਉੱਚਤਾ ਹਾਸਲ ਕਰਨ ਦੇ ਲਈ ਉਹ ਕਰਦਾ ਹੈ। ਸਮਾਜ 'ਚ ਸੰਪਤੀ ਦਾ ਮਾਲਕ ਹੁੰਦਾ ਹੈ, ਜੋ ਕਿ ਮਲਕੀਅਤ ਹੁੰਦੀ ਹੈ, ਲੇਕਿਨ ਇਹਨਾਂ ਚੀਜ਼ਾਂ ਨੂੰ ਕਹਿੰਦੇ ਉਹ ਸਹਿਣ ਨਹੀਂ ਕਰ ਪਾਉਂਦੇ ਜਦੋਂ, ਤਾਂ ਕਹਿੰਦੇ ਉਸ ਦੇ ਖਿਲਾਫ ਫਿਰ ਜਨਤਾ ਨੂੰ ਕੋਈ ਸੁਤੰਤਰਤਾ ਨਹੀਂ ਹੁੰਦੀ, ਫਿਰ ਸੰਘਰਸ਼ ਹੁੰਦੇ ਨੇ। ਸਮਾਜ ਦੇ ਵਿੱਚ ਸੈਨਾਪਤੀ ਰਾਜ ਦਾ ਸ਼ਾਸਕ ਹੁੰਦਾ ਅਤੇ ਅਨੁਸ਼ਾਸਨ ਦੀ ਵਿਵਸਥਾ ਲਾਗੂ ਕੀਤੀ ਜਾਂਦੀ ਹੈ। ਤਾਂ ਜਿਹੜਾ ਨਿਰਕੁਲ ਸ਼ਾਸਕ ਹੋਊਗਾ ਉਹ ਪ੍ਰਜਾ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਕਰਕੇ ਉਹਨਾਂ ਨੂੰ ਆਪਣੇ ਜਬਰੀ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹਦੇ ਵੱਲੋਂ ਕੀਤੀ ਜਾਂਦੀ ਹੈ ਅਤੇ ਸਮਾਜਿਕ ਜੀਵਨ ਦੇ ਕਿਸੇ ਵੀ ਪੱਖ ਦੇ ਮੈਂਬਰ 'ਚ ਦਖਲਅੰਦਾਜ਼ੀ ਕਰਦਾ ਹੈ ਉਹ। ਸੰਖੇਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿਰਿਆਤਮਕ ਸ਼ਕਤੀਆਂ ਸਹੀ ਢੰਗ ਨਾਲ ਆਯੋਜਿਤ ਕਰਨ ਦੇ ਲਈ ਸੈਨਿਕ ਸਹੂਲਤਾਂ ਦਾ ਵੱਧ ਤੋਂ ਵੱਧ ਇਸਤੇਮਾਲ ਜਿਹੜਾ ਇਸ ਸਮਾਜ ਦੇ ਵਿੱਚ ਕੀਤਾ ਜਾਂਦਾ। ਉਸ ਤੋਂ ਬਾਅਦ ਸੰਯੁਕਤ ਸਮਾਜ ਬਾਰੇ ਪੜ੍ਹਦੇ ਹਾਂ। ਕੁਝ ਸਾਦੇ ਸਮਾਜਾਂ ਨੂੰ ਇਕੱਠਾ ਕਰਕੇ ਇੱਕ ਸੰਯੁਕਤ ਸਮਾਜ ਹੋਣਾ ਚਾਹੁੰਦਾ। ਪਹਿਲੀ ਕਿਸਮ ਦੇ ਉਹ ਸਮਾਜ ਨੇ ਜਿਨ੍ਹਾਂ 'ਚ ਮੌਕੇ ਮੁਤਾਬਕ ਲੀਡਰ ਹੁੰਦਾ ਹੈ, ਪਰ ਅਜਿਹਾ ਕੋਈ ਵੀ ਸਮਾਜ ਨਹੀਂ ਹੁੰਦਾ ਜਿਹਦੇ 'ਚ ਸੱਤਾ ਜਾਂ ਰਚਨਾ ਨਾ ਹੋਵੇ। ਦੂਸਰੀ ਕਿਸਮ ਦੇ ਸਮਾਜ ਦੇ ਵਿੱਚ ਅਨਿਸ਼ਚਿਤ ਅਤੇ ਅਸਥਿਰ ਕਿਸਮ ਦੀ ਸੱਤਾ ਹੁੰਦੀ ਹੈ। ਤੀਸਰੀ ਕਿਸਮ ਦੇ ਸਮਾਜ ਦੇ ਵਿੱਚ ਸਥਾਈ ਸੱਤਾ ਮੌਜੂਦ ਹੁੰਦੀ ਹੈ। ਇਹਨਾਂ ਸਾਰੀਆਂ ਸੱਤਾਵਾਂ ਵਿਚਕਾਰਲੀ ਸੱਤਾ ਉਸ ਉਚੇਰੀ ਸੱਤਾ ਦੇ ਅਧੀਨ ਅਤੇ ਪਰਿਵਾਰ, ਕਬੀਲਿਆਂ, ਮੁਖੀਆਂ, ਸੈਨਿਕ, ਧਾਰਮਿਕ ਨੇਤਾਵਾਂ ਨੂੰ ਵਿਸ਼ੇਸ਼ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਜਿਹਦੀ ਅੰਤਮ ਤੌਰ 'ਤੇ ਉੱਤੇ ਆਪਣੇ 'ਤੇ ਉਚੇਰੀ ਸ਼ਕਤੀ ਦੇ ਅਧੀਨ ਕਲਾ ਦਾ ਗਿਆਨ ਵਿਅਕਤੀ ਨੂੰ ਹੁੰਦਾ ਹੈ ਅਤੇ ਆਪਣੇ 'ਚ ਪਰਿਵਰਤਨ ਲਿਆਉਣ ਦੇ ਪ੍ਰਯਤਨ ਕੀਤੇ ਜਾਂਦੇ ਨੇ। ਦੋਹਰਾ ਸੰਯੁਕਤ ਸਮਾਜ ਸਪੈਂਸਰ ਅਨੁਸਾਰ ਜੀਵ ਜਗਤ ਦੇ ਵਿੱਚ ਅਸਤਿਤਵ ਦੀ ਰੱਖਿਆ ਦੇ ਲਈ ਬਰਾਬਰ ਸੰਘਰਸ਼ ਚੱਲਦਾ ਹੈ। ਮਨੁੱਖੀ ਸਮਾਜ ਦੇ ਲਈ ਵੀ ਕਹਿੰਦੇ ਆਪਣੇ ਅਸਤਿਤਵ ਦੀ ਰਾਖੀ ਦੇ ਲਈ ਬਰਾਬਰ ਸੰਘਰਸ਼ ਚੱਲਣਾ ਪੈਂਦਾ ਹੈ ਅਤੇ ਅੰਤ ਦੇ ਵਿੱਚ ਯੋਗਤਮ ਜਾਂ ਬਚਾਓ ਹੁੰਦਾ ਹੈ ਅਤੇ ਸਪੈਂਸਰ ਅਨੁਸਾਰ ਸਮਾਂ ਬੀਤਣ ਨਾਲ ਸੰਯੁਕਤ ਪਰਿਵਾਰਾਂ ਦਾ ਆਕਾਰ ਦੁੱਗਣਾ ਹੋ ਜਾਂਦਾ ਹੈ। ਸ਼ਕਤੀ ਕਈ ਗੁਣਾ ਵਧੀ ਹੋਈ ਵਿਕੇਂਦਰੀਕ੍ਰਿਤ ਅਤੇ ਜਟਿਲ ਜਨਸੰਖਿਆ ਅਧਿਕਾਰਾਂ ਦੀ ਅਨੇਕਤਾ ਦੇ ਏਕੀਕਰਨ ਵਿੱਚ ਨਵੇਂ ਸਾਧਨ ਹੋਂਦ 'ਚ ਲਿਆਉਂਦੀ ਹੈ। ਸਮਾਜ ਪੱਕੇ ਤੌਰ 'ਤੇ ਇੱਕ ਸਥਾਨ 'ਤੇ ਵੱਸ ਜਾਂਦੇ ਨੇ। ਇਹਨਾਂ ਦੇ ਵਿੱਚ ਰਾਜਨੀਤਿਕ ਸ਼ਕਤੀ ਵਿਆਪਕ ਹੁੰਦੀ ਹੈ। ਸਮਾਜ ਦੇ ਵਿੱਚ ਰਾਜਨੀਤਿਕ ਸ਼ਕਤੀ ਅਸਥਿਰ ਸੀ। ਸਮਾਜਿਕ ਸਮੂਹਕਰਤਾਂ ਦੇ ਵਿੱਚ ਨਗਰ ਆਵਾਜਾਈ ਦੇ ਸਾਧਨ ਵਿਕਸਿਤ ਕੀਤੇ ਜਾਂਦੇ ਨੇ। ਕੰਮ ਕਰਨ ਦੀਆਂ ਨਵੀਆਂ ਤਕਨੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਕਾਰਾਤਮਕ ਨਿਯਮ ਹੋਂਦ ਦੇ ਵਿੱਚ ਲਿਆਂਦੇ ਜਾਂਦੇ ਨੇ। ਸਮੂਹਿਕ ਲੋਕਾਂ ਦਾ ਕਿੱਤਾ ਖੇਤੀਬਾੜੀ ਹੁੰਦਾ ਹੈ। ਖੇਤੀਬਾੜੀ ਦੇ ਪੇਸ਼ੇ ਨੂੰ ਅਪਣਾਉਣ ਦਾ ਅਰਥ ਕੀ ਸੀ? ਪਰਿਵਾਰ ਦੇ ਅੰਤਿਮ ਰੂਪ ਦੇ ਵਿੱਚ ਸਮੁਦਾਵਾਂ ਜ਼ਮੀਨਾਂ ਦੇ ਨਾਲ ਬੰਨੀਆਂ ਗਈਆਂ
ਅਤੇ ਸਮਾਜਿਕ ਵਿਵਸਥਾ ਦਾ ਇੱਕ ਅਨਿਸ਼ਚਿਤ ਰੂਪ ਆਪਣੇ ਆਪ ਵਿਕਸਿਤ ਹੋਇਆ। ਸਮੁਦਾਇ ਦੇ ਰੂਪ ਦੇ ਵਿੱਚ ਲੈਣ ਵਾਲੇ ਲੋਕ ਆਪਸ ਦੇ ਵਿੱਚ ਰਕਤ ਸੰਬੰਧੀ ਨਹੀਂ ਸੀਗੇ, ਲੇਕਿਨ ਸਮੁਦਾਇ ਭਾਵਨਾ ਪ੍ਰਬਲ ਹੋ ਕੇ ਸਮਾਜਿਕ ਪ੍ਰਤੀਬੰਧੀ ਜ਼ਰੂਰ ਬਣੇ। ਸਮਾਜਿਕ ਪਦਵੀ ਦੇ ਰੋਲ, ਪੇਸ਼ੇ, ਧਰਮ, ਪ੍ਰਥਾ, ਪਰੰਪਰਾ, ਸਮਾਜਿਕ ਪੁੜਬੰਦੀ ਅਨੇਕਾਂ ਤਰ੍ਹਾਂ ਦੇ ਮਹੱਤਵਪੂਰਨ ਤੱਤ ਇਹਦੇ 'ਚ ਹੋਂਦ 'ਚ ਆਏ। ਉਦਯੋਗਿਕ ਸਮਾਜ ਜਾਂ ਧੀਰੇ ਸੰਯੁਕਤ ਸਮਾਜ, ਇਹਦੇ ਵਿੱਚ ਉਦਯੋਗਿਕ ਸਮਾਜ ਵਪਾਰ ਕਰਨ ਵਾਲੇ ਲੋਕਾਂ ਦਾ ਮੈਂਬਰ ਸਮੂਹ ਜਿਹੜੇ ਆਰਥਿਕ ਸਹੂਲਤਾਂ ਮੁਹੱਈਆ ਕਰਾਉਂਦੇ ਨੇ, ਉਹਨਾਂ ਦਾ ਸਮਾਜ ਇੱਕ ਹੋਂਦ ਦੇ ਵਿੱਚ ਆਉਂਦਾ ਹੈ। ਆਪਣੇ ਵਪਾਰਕ ਯੁੱਧਾਂ ਤੋਂ ਵਣਜ ਵਪਾਰ ਨੂੰ ਬਚਾਉਣ ਦੇ ਲਈ ਮਹੱਤਵਪੂਰਨ ਕਾਰਜ ਕਰਦੇ ਨੇ। ਪਹਿਲਾ ਆਉਂਦਾ ਹੈ ਇਸ ਸਮਾਜ ਦੇ ਵਿੱਚ ਵਿਵਸਥਾ ਨਿਆਂ ਦੇ ਅੰਤਰਗਤ ਵਿਅਕਤੀਗਤ ਸੁਤੰਤਰਤਾ ਦੇ ਸਿਧਾਂਤ ਨੂੰ ਪੂਰਨ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ। ਸਰਕਾਰੀ ਦਖਲਅੰਦਾਜ਼ੀ ਇਹਦੇ 'ਚ ਘੱਟ ਹੁੰਦੀ ਹੈ, ਭਾਵ ਨਿੱਜੀ ਮਾਲਕੀਅਤ ਹੁੰਦੀ ਹੈ। ਉਦਯੋਗਾਂ ਦੇ ਵਿੱਚ ਰਾਜਨੀਤਿਕ ਸੱਤਾ ਦਾ ਵਿਕੇਂਦਰੀਕਰਨ ਹੁੰਦਾ ਹੈ। ਸਥਾਨਕ ਸਰਕਾਰਾਂ ਨੂੰ ਵਧੇਰੇ ਸ਼ਕਤੀ ਮਿਲਦੀ ਹੈ। ਨਿਰਕੋਸ਼ ਸ਼ਾਸਨ ਦੀ ਥਾਂ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀ ਨੇ ਜਿਹੜੇ ਉਹ ਸਰਕਾਰ ਦਾ ਸੰਗਠਨ ਹੁੰਦਾ ਹੈ ਅਤੇ ਗਤੀਵਿਧੀਆਂ ਜਾਂ ਆਲੋਚਕਾਂ ਦਾ ਸਹਿਣ ਕੀਤਾ ਜਾਂਦਾ ਹੈ। ਵਿਅਕਤੀਗਤ ਸੰਪਤੀ ਦਾ ਉਤਪਾਦਨ ਸਾਧਨਾਂ ਦੇ ਉੱਤੇ ਵਿਅਕਤੀ ਅਧਿਕਾਰ ਹੁੰਦਾ ਅਤੇ ਵਪਾਰ ਅਤੇ ਉਦਯੋਗ ਦੇ ਖੇਤਰ ਦੇ ਵਿੱਚ ਸਖਤ ਮੁਕਾਬਲਾ ਹੁੰਦਾ। ਜਨਤਾ ਨੂੰ ਪੂਰਨ ਸੁਤੰਤਰਤਾ ਪ੍ਰਾਪਤ ਹੁੰਦੀ ਹੈ। ਸਹਿਯੋਗ ਜਬਰਨ ਨਹੀਂ ਹੁੰਦਾ, ਬਲਕਿ ਸਮਾਜ ਦੇ ਵਿੱਚ ਸਹਿਯੋਗ ਵਿਅਕਤੀ ਦੀ ਮਰਜ਼ੀ ਅਨੁਸਾਰ ਹੁੰਦਾ ਹੈ। ਵਿਅਕਤੀ ਆਪਣੇ ਲਈ ਜਿਉਂਦਾ ਹੈ, ਸਮਾਜ ਲਈ ਨਾ ਕਿ ਸਮਾਜ ਲਈ। ਇਸ ਵਿੱਚ ਧਾਰਮਿਕ ਸੁਤੰਤਰਤਾ ਹੁੰਦੀ ਹੈ, ਕਿਸੇ ਵੀ ਧਰਮ ਦੇ ਅਨੁਯਾਈ ਬਣ ਸਕਦੇ ਨੇ। ਧਾਰਮਿਕ ਮੁਖੀ ਕੋਲ ਬਹੁਤੀ ਸ਼ਕਤੀ ਨਹੀਂ ਹੁੰਦੀ। ਉਦਯੋਗਿਕ ਸਮਾਜ ਦੇ ਵਿੱਚ ਖੁੱਲ੍ਹੀ ਵਰਗ ਪ੍ਰਣਾਲੀ ਹੁੰਦੀ ਹੈ। ਸਮਾਜ ਦੇ ਵਿੱਚ ਪੇਸ਼ਿਆਂ, ਵਿਵਸਾਵਾਂ, ਅਲੱਗ-ਅਲੱਗ ਸ਼੍ਰੇਣੀਆਂ, ਪੇਸ਼ਿਆਂ, ਜਾਤਾਂ ਦੇ ਲੋਕ ਇਹਦੇ 'ਚ ਹਿੱਸਾ ਲੈ ਸਕਦੇ ਨੇ, ਠੇਕੇਦਾਰੀ ਪ੍ਰਥਾ ਚਲਾ ਸਕਦੇ ਨੇ। ਸਮਾਜ ਦੇ ਵਿੱਚ ਵਿਭਿੰਨ ਰਾਜਨੀਤਿਕ ਸੰਸਥਾਵਾਂ ਵਿਕਸਿਤ ਹੋ ਜਾਂਦੀਆਂ ਨੇ। ਇਸੇ ਕਰਕੇ ਨਹੀਂ ਸਗੋਂ ਲੋਕ ਨਿਰਕੋਸ਼ ਸਰਕਾਰ ਨੂੰ ਨਾਪਸੰਦ ਕਰਦੇ ਨੇ, ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਫਰਜ਼ ਬਣਦਾ ਹੈ ਕਿ ਭੈੜੀ ਸਰਕਾਰ ਨੂੰ ਮੁਖਲਾਫਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਲੋਕਪ੍ਰਿਯ ਬਣਾਈ ਜਾਵੇ। ਸਪੈਂਸਰ ਪ੍ਰਕਿਰਤੀ ਵਾਤਾਵਰਨ ਦੇ ਨਿਯਮ ਅਨੁਸਾਰ ਮਨੁੱਖੀ ਸਮਾਜ ਦਾ ਆਕਾਰ ਉਦੋਂ ਤੱਕ ਵੱਡਾ ਹੁੰਦਾ ਜਦੋਂ ਤੱਕ ਸ਼ਕਤੀਸ਼ਾਲੀ ਦਸ਼ਾ ਦੇ ਕਿਸੇ ਕਿਸਮ ਦਾ ਸੰਤੁਲਨ ਕਾਇਮ ਹੋ ਜਾਂਦਾ ਅਤੇ ਸਮਾਜ ਦੇ ਵਿੱਚ ਵੱਡੇ ਧਰਮਾਂ ਨੇ ਜਨਮ ਲੈਂਦਾ ਜਿਨ੍ਹਾਂ ਨੇ ਵਿਗਿਆਨ, ਕਲਾ, ਉੱਨਤੀ ਨੂੰ ਸੰਭਵ ਬਣਾਇਆ। ਉਦਯੋਗੀਕ੍ਰਿਤ ਵੱਡੇ ਆਧੁਨਿਕ ਸਮਾਜ ਸਪੇਸਰ ਕਿਸਮ ਦੀ ਸ਼੍ਰੇਣੀ ਨੂੰ ਹੋਂਦ 'ਚ ਲਿਆਉਂਦੇ ਨੇ। ਉਦਯੋਗੀਕਰਨ ਪੱਧਰ 'ਤੇ ਸਮਾਜਿਕ ਵਿਵਸਥਾ ਵਿੱਚ ਕੁਝ ਬਦਲ ਗਈਆਂ, ਜਿਸ ਦੇ ਕਾਰਨ ਸਮਾਜ ਦੇ ਵਿਵਸਥਾ ਤੱਤਾਂ ਦੇ ਵਿੱਚ ਕੁਝ ਅਦਲਾ ਬਦਲੀ ਹੋਈ। ਸ਼ਕਾਦਾਰੀ, ਧਰਮ, ਜਾਦੂ, ਲਿੰਗ ਭੇਦ ਆਦਿ ਮਹੱਤਵ ਸਮਾਜਿਕ ਵਿਵਸਥਾ ਦੇ ਰੂਪ ਦੇ ਵਿੱਚ ਘੱਟ ਜਾਂਦਾ ਅਤੇ ਰਾਜਨੀਤਿਕ ਸੱਤਾ, ਵਿਸ਼ੇਸ਼ ਸੰਸਥਾਵਾਂ, ਸਭਾਵਾਂ, ਪਦਵੀਆਂ, ਰੋਲ, ਸਮਾਜਿਕ ਧੜੇਬੰਦੀ ਵੱਧ ਜਾਂਦੀ ਹੈ। ਉਸ ਤੋਂ ਬਾਅਦ ਜਾਤ ਪਾਤ ਕਰਕੇ ਇੱਕ ਤਰ੍ਹਾਂ ਦੀ ਰਾਜਨੀਤਿਕ ਧੜੇਬੰਦੀ ਜਿਹੜੀ ਉਹ ਹੋਂਦ 'ਚ ਆਉਂਦੀ ਹੈ। ਇਸ ਤਰ੍ਹਾਂ ਨਾਲ ਕਾਨੂੰਨੀ ਸ਼ਾਂਤੀ ਦੀ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਬਾਹਰੀ ਹਮਲਿਆਂ ਦੀ ਰੱਖਿਆ ਦੇ ਲਈ ਸਮਾਜ ਦੇ ਵਿੱਚ ਸੈਨਿਕ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਸਪੇਸਰ ਦੇ ਰਾਜ ਸੰਬੰਧੀ ਵਿਚਾਰਾਂ ਦਾ ਵਰਣਨ ਕਰਦੇ ਹਾਂ। ਜਦੋਂ ਸਮਾਜਿਕ ਤੱਥਾਂ ਨੂੰ ਠੀਕ ਤਰੀਕੇ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ ਰਾਜ ਦੇ ਵਿਸ਼ੇ ਵਿੱਚ ਹੀ ਵੀ ਅਲੱਗ-ਅਲੱਗ ਵਿਚਾਰ ਮਿਲਦੇ ਗਏ। ਅਲੱਗ-ਅਲੱਗ ਵਿਚਾਰਕ ਰਾਜ ਦੀ ਜ਼ਰੂਰਤ ਬਾਰੇ, ਰਾਜ ਦੇ ਵਿਕਾਸ ਬਾਰੇ, ਸ਼ੁਰੂ ਕਿਸ ਤਰ੍ਹਾਂ ਹੁੰਦਾ ਰਾਜ, ਇਸ ਬਾਰੇ ਅਲੱਗ-ਅਲੱਗ ਤਰੀਕੇ ਨੇ ਜਿਹੜੇ ਉਹ ਅਪਣਾਉਂਦੇ ਨੇ, ਉਹਦੇ ਬਾਰੇ ਆਪਾਂ ਪੜ੍ਹਦੇ ਹਾਂ। ਪਹਿਲਾ ਨੰਬਰ ਹੈ ਸੈਨਿਕ ਰਾਜ, ਉਦਯੋਗਿਕ ਰਾਜ ਅਤੇ ਨੈਤਿਕ ਰਾਜ। ਸੈਨਿਕ ਰਾਜ ਦੇ ਵਿੱਚ ਸਪੇਸਰ ਕੀ ਕਹਿੰਦੇ ਰਾਜ ਦਾ ਮੁੱਖ ਰੂਪ ਸੈਨਿਕ ਹੀ ਹੁੰਦਾ ਹੈ। ਸਪਸ਼ਟ ਰੂਪ ਦੇ ਵਿੱਚ ਸੈਨਿਕ ਸਮਾਜਿਕ ਵਿਕਾਸ ਦੇ ਸਿਧਾਂਤ ਦੀ ਮਦਦ ਦੇ ਲਈ, ਸਮਾਜਿਕ ਵਿਕਾਸ ਦੇ ਸ਼ੁਰੂਆਤੀ ਸਮੇਂ ਅਤੇ ਸਮਾਜ ਸਰਲ ਅਨਿਸ਼ਚਿਤ ਦੇ ਲਈ ਇਸ ਪੱਧਰ ਉੱਤੇ ਸਮਾਜ ਅਵਿਕਸਿਤ ਅਤੇ ਸੰਗਠਿਤ ਹੈ। ਇਸ ਸਮੇਂ ਲਈ ਰਾਜ ਕੋਲ ਕੋਈ ਸਪਸ਼ਟ ਸੱਤਾ ਵਿਕਸਿਤ ਨਹੀਂ ਹੁੰਦੀ। ਕਦੇ-ਕਦੇ ਕੁਝ ਸਮੁਦਾਵਾਂ ਵਿੱਚ ਆਪਸੀ ਯੁੱਧ ਹੁੰਦੇ ਨੇ। ਇਹ ਮੌਕੇ ਦੇ ਉੱਤੇ ਸਾਸੀ ਸਾਹਮਣੇ ਆਉਂਦੇ ਨੇ। ਹਾਲਾਤ ਦੇ ਵਿੱਚ ਉਹਨਾਂ ਨੂੰ ਨੇਤਾ ਮੰਨ ਲਿਆ ਜਾਂਦਾ। ਲੋਕਾਂ ਦੇ ਮੁਖੀਏ ਦੀ ਆਗਿਆ ਦੀ ਪਾਲਣਾ ਕਰਨਾ ਸ਼ੁਰੂ ਹੁੰਦੇ ਨੇ। ਯੁੱਧ ਦੇ ਮੌਕੇ ਵਿੱਚ ਵੱਧ ਕੇ ਸਥਾਈ ਮੁਖੀਏ ਜ਼ਰੂਰਤ ਪੈਂਦੀ ਹੈ ਤਾਂ ਕਹਿੰਦੇ ਮੁਖੀਏ ਦੀ ਇੱਕ ਪਰੰਪਰਾਵਾਦੀ ਮੁਖੀਏ ਦੀ ਮੌਤ ਤੋਂ ਬਾਅਦ ਪੁੱਤਰ ਮੁਖੀਆ ਬਣਨ ਦੀ ਜਾਂ ਕੀਤੀ ਜਾਂਦੀ ਹੈ, ਕੁਰਸੀ ਪੈਤਰਕ ਹੋ ਜਾਂਦੀ ਹੈ। ਉਸ ਤੋਂ ਬਾਅਦ ਉਦਯੋਗਿਕ ਰਾਜ ਦੇ ਵਿੱਚ ਵਪਾਰਿਕ ਆਊਗਾ। ਸੈਨਿਕ ਸ਼ਕਤੀ ਨੂੰ ਪ੍ਰਾਪਤ ਕਰਨਾ, ਰਾਜ ਦੇ ਵਿੱਚ ਵਾਧਾ ਦਿਖਾਉਣਾ, ਆਰਥਿਕ ਤੌਰ 'ਤੇ ਮਜ਼ਬੂਤ ਹੋਣਾ। ਸ਼ਕਤੀ ਨੂੰ ਪ੍ਰਾਪਤ ਕਰਨ ਦੀ ਲੜਾਈ ਨਾਲ ਸੰਤੋਸ਼ ਪ੍ਰਾਪਤ ਨਹੀਂ ਹੁੰਦਾ, ਲੇਕਿਨ ਉਦਯੋਗਿਕ ਵਿਕਾਸ ਦੇ ਵਿੱਚ ਰਾਜ ਜਨਤਾ ਉਦਯੋਗਾਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਦੇ ਨੇ। ਜਿਵੇਂ ਜਿਵੇਂ ਰਾਜ ਲੋਕਾਂ ਦਾ ਧਿਆਨ ਉਦਯੋਗਾਂ ਤੋਂ ਵੱਲ ਕੇਂਦਰਿਤ ਹੋਊਗਾ, ਰਾਜ ਦੀ ਸੱਤਾ ਦਾ ਰੂਪ ਵੀ ਬਦਲਦਾ ਜਾਂਦਾ ਹੈ। ਰਾਜ ਸੱਤਾ ਹੌਲੀ ਹੌਲੀ ਉਦਯੋਗਿਕ ਰਾਜ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਰਾਜ ਦੇ ਲਈ ਉਦਯੋਗਾਂ ਦਾ ਵਿਕਾਸ ਰਾਜ ਦਾ ਟੀਚਾ ਬਣ ਜਾਂਦਾ ਹੈ। ਰਾਜ ਨੂੰ ਨਿਯੰਤਰਣ ਘੱਟ ਕੀਤਾ ਜਾਂਦਾ ਵਿਅਕਤੀਗਤ ਜੀਵਨ ਦੇ ਵਿੱਚ, ਭਾਵ ਉਸ ਨੂੰ ਸੁਤੰਤਰਤਾਵਾਂ ਦਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਨੈਤਿਕ ਰਾਜ। ਇਸ ਤਰ੍ਹਾਂ ਦੇ ਰਾਜ ਵਿੱਚ ਸਪੇਸਰ ਦੀ ਕਲਪਨਾ ਕੀ ਹੈ? ਕਹਿੰਦੇ ਪਹਿਲੇ ਦੋਵੇਂ ਪ੍ਰਕਾਰ ਦੇ ਰਾਜ ਸੈਨਿਕ ਅਤੇ ਉਦਯੋਗਿਕ ਨੇ ਜਿਹੜੇ ਉਹ ਸਾਡੇ ਸਾਹਮਣੇ ਆਏ ਨੇ, ਪਰ ਨੈਤਿਕ ਸਾਡੇ ਸਾਹਮਣੇ ਆਉਣਾ ਬਾਕੀ ਹੈ। ਸਪੇਸਰ ਕਹਿੰਦਾ ਉਦਯੋਗਿਕ ਰਾਜ ਵਿਕਾਸ ਕਰ ਲੈਂਦਾ ਹੈ, ਇੱਕ ਦਿਨ 'ਚ ਪੂਰੀ ਤਰ੍ਹਾਂ ਨਾਲ ਵਿਕਾਸ ਹੋ ਜਾਂਦਾ ਹੈ।
ਪਰੰਤੂ ਭੌਤਿਕ ਵਿਕਾਸ ਦੀ ਸਥਿਤੀ ਦੇ ਵਿੱਚ ਮਨੁੱਖ ਦੇ ਸਵਾਰਥ ਦੀ ਪ੍ਰਵਿਰਤੀ ਸ਼ਾਂਤ ਹੋ ਜਾਵੇਗੀ। ਅਵਸਥਾ 'ਚ ਉਸ ਦਾ ਵਿਵਹਾਰ ਨੈਤਿਕਤਾ ਅਤੇ ਨਿਯਮਾਂ ਅਨੁਸਾਰ ਚੱਲੇਗਾ। ਜਦੋਂ ਕਹਿੰਦੇ ਉਹ ਆਰਥਿਕ ਤੌਰ 'ਤੇ ਸਵਾਰਥੀ ਰਹਿਤ ਹੋਇਆ ਤਾਂ ਕਹਿੰਦੇ ਉਹ ਨੈਤਿਕਤਾ ਨਿਯਮ ਉਹਦੇ 'ਚ ਆ ਜਾਂਦੇ ਨੇ। ਅਨੈਤਿਕਤਾ ਦੇ ਵਿਚਾਰ ਭੌਤਿਕਤਾ ਦੀ ਘਾਟ ਕਾਰਨ ਹੁੰਦੇ ਨੇ। ਜਦੋਂ ਵਿਅਕਤੀ ਭੌਤਿਕਤਾ ਦੀ ਘਾਟ ਪੂਰੀ ਹੋ ਜਾਂਦੀ ਹੈ ਤਾਂ ਕਹਿੰਦੇ ਨੈਤਿਕ ਰੂਪ ਦੇ ਵਿੱਚ ਵਿਕਸਿਤ ਹੁੰਦਾ, ਭਾਵ ਜਦੋਂ ਉਸਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਤਾਂ ਕਹਿੰਦੇ ਉਹ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖੀ ਸਮਾਜ ਦੇ ਵਿੱਚ ਰਾਜ ਦਾ ਸਥਾਨ ਕੀ ਹੈ? ਸਪੇਸ਼ਲ ਵਿਅਕਤੀ ਦੀ ਸੁਤੰਤਰਤਾ ਵਿਅਕਤੀਵਾਦ ਨੂੰ ਮਹੱਤਤਾ ਦਿੰਦਾ ਹੈ ਅਤੇ ਜਿਹਦੇ ਅਨੁਸਾਰ ਸਮਾਜ ਨਹੀਂ ਬਲਕਿ ਵਿਅਕਤੀ ਮੁੱਖ ਹੁੰਦਾ ਹੈ ਅਤੇ ਸਮਾਜ ਦੇ ਖਤਮ ਹੋਣ ਨਾਲ ਵਿਅਕਤੀ ਹੈ ਜਿਹੜਾ ਉਹ ਵੀ ਖਤਮ ਹੋ ਜਾਂਦਾ। ਵਿਅਕਤੀ ਦੀ ਸੁਤੰਤਰਤਾ ਦਾ ਸਮਰਥਕ ਸੀਗਾ। ਉਸ ਵਿਅਕਤੀ ਨੂੰ ਸੁਤੰਤਰ ਬਣਾਏ ਜਾਣ ਦੇ ਲਈ ਨਿਯਮ ਬਣਾਉਣ ਦੇ ਪੱਖ ਦੇ ਵਿੱਚ ਉਹ ਆਪਣੇ ਸਿਧਾਂਤ ਨਿਰਧਾਰਿਤ ਕਰਦਾ ਹੈ। ਰਾਜ ਦੇ ਕੰਮ ਕੀ ਹੁੰਦੇ ਨੇ? ਸਪੇਸਰ ਕਹਿੰਦਾ ਰਾਜ ਦੇ ਕੰਮਾਂ ਨੂੰ ਬਹੁਤ ਘਟਾ ਦਿੱਤਾ ਗਿਆ। ਰਾਜ ਦਾ ਸਿਰਫ ਇੱਕ ਹੀ ਕੰਮ ਹੈ, ਸਾਰਿਆਂ ਨੂੰ ਸਮਾਨ ਸੁਤੰਤਰਤਾਵਾਂ ਉਪਲਬਧ ਕਰਾਉਣੀਆਂ। ਜ਼ਰੂਰਤ ਇਸ ਲਈ ਮਹਿਸੂਸ ਕੀਤੀ ਕਿਉਂਕਿ ਮਨੁੱਖ ਪ੍ਰਕਿਰਤੀ ਤੋਂ ਵੀ ਸਵਾਰਥੀ ਹੈ। ਉਹ ਸਾਰੇ ਕੰਮ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਕਰਦਾ। ਹੁਣ ਪ੍ਰਕਿਰਤਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਆਪਾਂ ਦੇਖੋ ਜ਼ਿਆਦਾ ਦੇਖਦੇ ਹਾਂ, ਆਪਣੀ ਲੋੜ ਲਈ ਵਰਤਦੇ ਹਾਂ। ਵਿਵਸਥਾਵਾਂ ਅਰਾਜਕਤਾ ਨੂੰ ਰੋਕਣ ਲਈ ਜ਼ਰੂਰੀ ਨੇ। ਰਾਜ ਦਾ ਕੰਮ ਸਾਰਿਆਂ ਨੂੰ ਸਮਾਨ ਰੂਪ ਦੇ ਵਿੱਚ ਸੁਤੰਤਰਤਾ ਦੇਣਾ। ਰਾਜ ਕਾਨੂੰਨ ਬਣਾਉਣ ਲਈ ਨਹੀਂ ਬਲਕਿ ਬਾਹਰੀ ਹਮਲਿਆਂ ਤੋਂ ਰੱਖਿਆ ਬਣਾਉਣ ਲਈ ਹੋਣੇ ਚਾਹੀਦੇ ਨੇ। ਰਾਜ ਗਲਤ ਸੰਘਰਸ਼ ਨੂੰ ਰੋਕਦਾ ਹੈ, ਸਹੀ ਸੰਘਰਸ਼ ਨੂੰ ਨਹੀਂ। ਇੱਕ ਪਾਸੇ ਸਪੇਸਰ ਰਾਜ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦਾ, ਦੂਜੇ ਪਾਸੇ ਦੱਸਦਾ ਕਿ ਰਾਜ ਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ। ਰਾਜ ਵਿਅਕਤੀ ਦੇ ਲਈ, ਵਿਅਕਤੀ ਰਾਜ ਦੇ ਲਈ ਨਹੀਂ। ਇਸ ਲਈ ਵਿਅਕਤੀ ਜੋ ਚਾਹੁੰਦਾ ਹੈ ਉਸ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਜ ਨੂੰ ਉਸ ਦੀਆਂ ਕੋਸ਼ਿਸ਼ਾਂ ਨੂੰ ਰੋਕਣਾ ਨਹੀਂ ਚਾਹੀਦਾ। ਵਿਅਕਤੀ ਨੂੰ ਆਪਣਾ ਕਲਿਆਣ ਆਪ ਕਰਨਾ ਚਾਹੀਦਾ ਹੈ। ਰਾਜ ਕਿਸੇ ਨਾ ਕਿਸੇ ਤਰੀਕੇ ਨਾਲ ਵਿਅਕਤੀ ਦਾ ਕਲਿਆਣ ਹੀ ਕਰੂਗਾ। ਵਿਕਾਸ ਦੇ ਸਿਧਾਂਤ ਦੇ ਵਿੱਚ ਸਪੇਸਰ ਕਹਿੰਦਾ ਹੈ ਤਾਕਤਵਰ ਵਿਅਕਤੀ ਹੀ ਜਿੱਤਦਾ ਹੈ। ਮਨੁੱਖੀ ਸਮਾਜ ਦੇ ਵਿੱਚ ਸੰਘਰਸ਼ ਨੇ ਜਿਹੜੇ ਲਗਾਤਾਰ ਚੱਲਦੇ ਰਹਿੰਦੇ ਨੇ। ਸੰਘਰਸ਼ਾਂ ਦੇ ਕਾਰਨ ਸਮਾਜ ਦਾ ਵਿਕਾਸ ਹੁੰਦਾ ਹੈ। ਜੇਕਰ ਰਾਜ ਸੰਘਰਸ਼ ਦੋਵਾਂ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਨੇ, ਇੱਕ ਤਾਂ ਉਹਨਾਂ ਨੂੰ ਕਮਜ਼ੋਰੀ ਨੂੰ ਮਦਦ ਮਿਲਦੀ ਹੈ, ਉਸੇ ਤਰ੍ਹਾਂ ਨਾਲ ਕਰਾਂਗੇ ਜਿਵੇਂ ਸਮਾਜ ਦਾ ਵਿਕਾਸ ਨਹੀਂ ਹੋਊਗਾ। ਇਹਨਾਂ ਹਾਲਾਤਾਂ ਦੇ ਵਿੱਚ ਸਮਾਜ ਨੂੰ ਦੋ ਤਰ੍ਹਾਂ ਨਾਲ ਨੁਕਸਾਨ ਹੋਵੇਗਾ। ਪਹਿਲਾ ਤਾਂ ਸੰਘਰਸ਼ ਦੀ ਪਰੰਪਰਾ ਖਤਮ ਹੋ ਜਾਊਗੀ। ਦੂਜਾ, ਸਮਾਜ ਵਿੱਚ ਕਮਜ਼ੋਰ ਵੱਧ ਜਾਣਗੇ ਅਤੇ ਸਮਾਜ ਕਮਜ਼ੋਰ ਹੋਏਗਾ। ਕਮਜ਼ੋਰਾਂ ਦੀ ਮਦਦ ਕਰਨਾ ਸਮਾਜ ਕਲਿਆਣ ਦੇ ਕੰਮਾਂ ਦੇ ਵਿੱਚ ਆ ਜਾਏਗਾ। ਇਸ ਤਰ੍ਹਾਂ ਨਾਲ ਸਮਾਜਿਕ ਵਿਕਾਸ ਦੀ ਪ੍ਰਕਿਰਿਆ 'ਚ ਰੁਕਾਵਟ ਪਊਗੀ। ਜਦੋਂ ਸਮਾਜ ਆਪਣੇ ਆਪ ਕਮਜ਼ੋਰ ਨਹੀਂ ਹੋਊਗਾ, ਸੁਤੰਤਰਤਾ ਹੋਊਗੀ, ਉਸ ਨੂੰ ਹਰ ਇੱਕ ਪੱਖ ਤੋਂ ਤਾਂ ਕਹਿੰਦੇ ਆਪਣਾ ਕਲਿਆਣ ਆਪ ਕਰ ਸਕਦਾ ਹੈ। ਰਾਜ ਦੀ ਦਖਲਅੰਦਾਜ਼ੀ ਘੱਟ ਜੂਗੀ। ਰਾਜ ਨੂੰ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਜਿਹੜਾ ਕੰਮ ਨਹੀਂ ਕਰਨਾ ਪਊਗਾ। ਇਹ ਸੀਗਾ ਆਪਣਾ ਅਗਲਾ ਇਹ ਚੈਪਟਰ ਕੰਪਲੀਟ ਹੋਇਆ ਹਵਾਰਡ ਸਪੇਸਰ ਵਾਲਾ। ਧੰਨਵਾਦ।